ਕਿ ਕਈ ਟੀਵੀ ਦੇ ਤਮਾਮ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਹੈ। ਦਰਸ਼ਕੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਚੋਣਾਂ ਦਾ ਦੌਰ ਚੱਲ ਰਿਹਾ ਹੈ। 2022 ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਵਿਧਾਨ ਸਭਾ ਦੀਆਂ। ਔਰ ਵੱਖ-ਵੱਖ ਰਵਾਇਤੀ ਪਾਰਟੀਆਂ ਦੇ ਵਿੱਚ ਜਿਹੜੀ ਹੈਗੀ ਹੈ ਬੜੀ ਭਗਦੌੜ ਮਚੀ ਹੋਈ ਹੈ। ਹਰ ਕੋਈ ਬਿਜ਼ੀ ਹੈ ਔਰ ਚੋਣ ਜ਼ਾਬਤਾ ਵੀ ਲੱਗ ਚੁੱਕਾ ਹੈ। ਕੋਡ ਆਫ ਕੰਡਕਟ ਜਿਹੜਾ ਹੈ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਲਾ ਦਿੱਤਾ ਹੈ। ਉਹਦੇ ਬਾਵਜੂਦ ਵੀ ਬਹੁਤ ਸਾਰੀਆਂ ਦੇ ਨਿਯਮਾਂ ਦੀਆਂ ਧੱਜੀਆਂ ਉੱਡ ਰਹੀਆਂ ਨੇ। ਕਿਹਾ ਤਾਂ ਇਹ ਜਾਂਦਾ ਹੈ ਕਿ ਜਦੋਂ ਵਿਧਾਨ ਸਭਾ ਚੋਣ ਦੌਰਾਨ ਚੋਣ ਕਮਿਸ਼ਨ ਕੋਡ ਆਫ ਕੰਡਕਟ ਜਿਹੜਾ ਲਾਗੂ ਕਰ ਦਿੰਦਾ ਹੈ, ਤਾਂ ਉਹਦੇ ਦੌਰਾਨ ਹੀ ਹਦਾਇਤਾਂ ਵੀ ਜਿਹੜੀਆਂ ਸਖਤ ਉਹ ਜਾਰੀ ਕੀਤੀਆਂ ਜਾਂਦੀਆਂ ਨੇ, ਜਿਹਦੇ ਵਿੱਚ ਇਹ ਹੁੰਦਾ ਹੈ ਕਿ ਕਿਸੇ ਵੀ ਸਰਕਾਰੀ ਅਦਾਰੇ ਵਿੱਚ ਨਵੀਂ ਭਰਤੀ ਨਹੀਂ ਕੀਤੀ ਜਾ ਸਕਦੀ। ਪੰਜਾਬ ਦੇ ਜਿਹੜੇ ਉਚੇਰੀ ਸਿੱਖਿਆ ਵਿਭਾਗ ਦੁਆਰਾ ਇਹਨਾਂ ਹਦਾਇਤਾਂ ਦੀਆਂ ਲਗਾਤਾਰ ਉਲੰਘਣਾ ਕੀਤੀ ਜਾ ਰਹੀ ਹੈ। ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਤੇ ਲਗਾਤਾਰ ਜਿਵੇਂ 1158 ਜਿਹੜੇ ਸਹਾਇਕ ਪ੍ਰੋਫੈਸਰਾਂ ਦੀ ਭਰਤੀ ਦੀ ਪ੍ਰਕਿਰਿਆ ਜਿਹੜੀ ਸ਼ੁਰੂ ਕੀਤੀ ਗਈ ਸੀ, ਤੁਸੀਂ ਸਾਰੇ ਜਾਣਦੇ ਹੋ ਕਿ ਬੜਾ ਬਵਾਲ ਉੱਤੇ ਖੜਾ ਹੋਇਆ ਸੀਗਾ ਤੇ ਕੁਝ ਕਾਨੂੰਨੀ ਖਾਮੀਆਂ ਕਰਕੇ ਇਹ ਕੇਸ ਜਿਹੜਾ ਸੀ ਅਦਾਲਤ ਦੇ ਵਿੱਚ ਚਲਾ ਗਿਆ ਸੀ, ਹਾਈ ਕੋਰਟ ਦੇ ਵਿੱਚ ਚਲਾ ਗਿਆ ਸੀਗਾ। ਹਾਈ ਕੋਰਟ ਨੇ ਸਾਰੇ ਪ੍ਰੋਸੀਜਰ ਦੇ ਉੱਪਰ ਜਿਹੜਾ ਉਹ ਨੂੰ ਸਟੇਟਸ ਕੋ ਕਰ ਦਿੱਤਾ ਸੀਗਾ, ਮਤਲਬ ਪ੍ਰੋਸੀਜਰ ਨੂੰ ਸੀਲ ਕਰ ਦਿੱਤਾ ਸੀਗਾ। ਔਰ ਅੱਜ ਖਬਰਾਂ ਨਿਕਲ ਕੇ ਇਹ ਆ ਰਹੀਆਂ ਨੇ ਕਿ ਜਿਹੜੀ ਪ੍ਰਕਿਰਿਆ ਦੇ ਉੱਪਰ ਕੋਰਟ ਨੇ ਰੋਕ ਲਾਈ ਸੀ ਔਰ ਕੋਰਟ ਦੇ ਉਸੇ ਹੁਕਮ ਦੀ ਉਲੰਘਣਾ ਹੋ ਰਹੀ ਹੈ ਤੇ ਉਹਨਾਂ ਨੂੰ ਜਿਹੜੇ ਸਹਾਇਕ ਪ੍ਰੋਫੈਸਰ ਨੇ ਉਹਨਾਂ ਨੂੰ ਫਿਰ ਜੁਆਇਨਿੰਗ ਕਰਵਾਈ ਜਾ ਰਹੀ ਹੈ ਸਿੱਖਿਆ ਸ਼ਾਸਤਰੀ ਟ੍ਰੇਨਿੰਗ ਦੇ ਅਧੀਨ। ਸੋ ਇਸ ਚੀਜ਼ ਨੂੰ ਲੈ ਕੇ ਅਖਬਾਰਾਂ ਦੇ ਵਿੱਚ, ਸੋਸ਼ਲ ਮੀਡੀਆ ਦੇ ਵਿੱਚ ਕਾਫੀ ਖਬਰਾਂ ਸਾਹਮਣੇ ਨਿਕਲ ਕੇ ਆ ਰਹੀਆਂ ਨੇ। ਇਸ ਸੰਬੰਧੀ ਆਪਾਂ ਲੀਗਲ ਪੱਖ ਤੋਂ ਵੀ ਇਹਨੂੰ ਜਾਣਿਆ ਕਿ ਇਹ ਕਿੰਨਾ ਕੁ ਗੈਰ ਕਾਨੂੰਨੀ ਕੰਮ ਹੋਇਆ। ਹੁਣ ਆਪਾਂ ਗੈਸਟ ਫੈਕਲਟੀ ਜਿਹੜੇ ਅਸਿਸਟੈਂਟ ਪ੍ਰੋਫੈਸਰ ਨੇ ਸਾਡੇ ਨਾਲ ਜੁੜੇ ਨੇ, ਡਾਕਟਰ ਜੋਤੀ ਜੀ। ਡਾਕਟਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਚੈਨਲ। ਹਾਂਜੀ, ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪ ਦਰਸ਼ਕਾਂ ਨੂੰ ਸਾਂਝ ਪਾਓ ਕਿ ਇਹ ਸਾਰੀ ਪ੍ਰਕਿਰਿਆ ਕੀ ਸੀਗੀ। ਗੈਸਟ ਫੈਕਲਟੀ ਜਿਹੜੇ ਅਸਿਸਟੈਂਟ ਪ੍ਰੋਫੈਸਰ ਸੀਗੇ ਸਰਕਾਰੀ ਕਾਲਜਸ ਦੇ, ਤੇ ਇੱਕ ਵਾਰੀ ਉਦੋਂ ਤਲਵਾਰ ਉਹਨਾਂ ਤੇ ਲਟਕੀ ਸੀਗੀ ਜਦੋਂ ਇੱਕਦਮ ਇਹਨਾਂ ਦੀ ਭਰਤੀ ਦਾ ਜਿਹੜੀ ਪ੍ਰਕਿਰਿਆ ਸ਼ੁਰੂ ਹੋ ਗਈ ਸੀਗੀ। ਤੇ ਤੁਸੀਂ ਲੋਕਾਂ ਨੇ ਪ੍ਰੋਟੈਸਟ ਵੀ ਕੀਤਾ ਸੀਗਾ ਕਿਉਂਕਿ 20-25 ਸਾਲ ਦੀ ਤੁਹਾਡੀਆਂ ਸੇਵਾਵਾਂ ਹੋ ਚੁੱਕੀਆਂ ਸੀਗੀਆਂ। ਹਾਂਜੀ, ਉਸ ਬਿਲਕੁਲ ਜੀ ਕੋਰਟ ਜਾ ਕੇ 100 ਤਰੀਕ ਜਿਹੜੀਆਂ ਪਟੀਸ਼ਨਾਂ ਦਾਇਰ ਹੋਈਆਂ ਸੀਗੀਆਂ ਤੇ ਹਾਂਜੀ। ਸੰਗਿਆਨ ਲਿਆ ਸੀ ਕੋਰਟ ਨੇ, ਦੇ ਬਾਅਦ ਸਾਰਾ ਕੁਝ ਹੋ ਰਿਹਾ ਹੈ ਕੀ ਹੈ ਸਾਰਾ ਦਰਸ਼ਕਾਂ ਦੇ ਨਾਲ ਥੋੜਾ ਜਿਹਾ ਇਹਦੀ ਸਾਂਝ ਪਾਓ ਜੀ। ਦੇਖੋ, ਮੈਂ ਨਾ ਇਹਦੀ ਸਟਾਰਟਿੰਗ ਬਿਲਕੁਲ ਮਤਲਬ ਉੱਥੋਂ ਕਰੂੰਗੀ ਜਿੱਥੋਂ ਇਹ ਸ਼ੁਰੂਆਤ ਇਹਨਾਂ ਨੇ ਕਪਲਾ ਕਰਨਾ ਸ਼ੁਰੂ ਕੀਤਾ। ਠੀਕ ਹੈ। ਜੀ 18 ਅਕਤੂਬਰ ਨੂੰ ਇਹ ਕਿਹਾ ਗਿਆ ਵੀ ਜੀ ਭਰਤੀ ਨਵੀਂ ਨਿਕਲਣੀ ਹੈ, ਫਾਰਮ ਆ ਗਏ ਸੀਗੇ। ਠੀਕ ਹੈ, ਜਿਸ ਦੇ ਵਿੱਚ ਨਾ ਤਾਂ ਕੋਈ PhD ਨੂੰ ਮਾਨਿਅਤਾ ਦਿੱਤੀ ਗਈ, ਨਾ ਕੋਈ ਰਿਸਰਚ ਪੇਪਰਾਂ ਨੂੰ ਦਿੱਤੀ ਗਈ। ਠੀਕ ਹੈ। ਚਲੋ ਉਸ ਤੋਂ ਬਾਅਦ ਫਿਰ ਪੇਪਰ ਵੀ ਹੋ ਗਿਆ ਨਵੰਬਰ ਮਹੀਨੇ ਦੇ ਵਿੱਚ। ਠੀਕ ਹੈ, ਇਹਨਾਂ ਨੇ 22-23 ਨਵੰਬਰ ਦੇ ਲਾਗੇ ਛਾਗੇ ਭਰਤੀਆਂ ਕਰਨੀਆਂ ਵੀ ਸਟਾਰਟ ਕਰਤੀਆਂ। ਠੀਕ ਹੈ। ਸਾਰਾ ਕੁਝ ਜੋ ਇਹਨਾਂ ਨੇ ਕੀਤਾ ਮਤਲਬ ਇੱਕ ਤਰੀਕੇ ਦਾ ਇਲੀਗਲ ਪ੍ਰੋਸੈਸ ਚਲਾਇਆ ਹੈ। ਜਿਵੇਂ ਜਿਵੇਂ ਇਹ ਇਲੀਗਲ ਚੱਲਦੇ ਰਹੇ ਉਵੇਂ ਉਵੇਂ ਤੁਸੀਂ ਕਹਿ ਲਓ ਕਿ ਕੰਟੈਂਪਟਸ ਲੱਗਦੀਆਂ ਤੇ ਲੱਗਦੀਆਂ ਚਲੀਆਂ ਗਈਆਂ। ਇਹ ਲੱਗਦਾ ਵੀ UGC ਦੇ ਨਿਯਮਾਂ ਦੀ ਉਲੰਘਣਾ ਹੋਈ ਹੈ। ਬਿਲਕੁਲ, ਇਹਨਾਂ ਨੇ UGC ਨੂੰ ਤਾਂ ਕੁਝ ਸਮਝਿਆ ਹੀ ਨਹੀਂ। ਕ੍ਰਿਸ਼ਨ ਕੁਮਾਰ ਜੀ ਹਾਇਰ ਐਜੂਕੇਸ਼ਨ ਸੈਕਟਰੀ ਹੈ, ਉਹਨਾਂ ਨੇ ਤਾਂ ਕੁਝ ਸਮਝਿਆ ਹੀ ਨਹੀਂ ਹੈਗਾ ਇਸ ਚੀਜ਼ ਨੂੰ। ਉਹ ਜਿਵੇਂ ਜਿਵੇਂ ਕੋਰਟ ਦੀਆਂ ਪਟੀਸ਼ਨਸ ਲੱਗਦੀਆਂ ਚਲੀ ਗਈਆਂ ਉਨੀਆਂ ਹੀ ਉਹ ਆਪਣੀ ਚਾਲ ਚੱਲਦੇ ਚਲੇ ਗਏ। ਜਿਵੇਂ ਕਿ 23 ਨਵੰਬਰ ਨੂੰ ਪ੍ਰੋਸੈਸ ਜਿਹੜਾ ਸੀਗਾ ਸੀਲ ਹੋਇਆ, ਲੇਕਿਨ ਉਸ ਤੋਂ ਬਾਅਦ ਫੇਰ ਦੁਬਾਰਾ ਭੇਜ ਦਿੱਤੇ ਗਏ। ਹੁਣ ਕੋਡ ਆਫ ਕੰਡਕਟ ਲੱਗਿਆ ਹੋਇਆ, ਹੁਣ ਕਹਿ ਕੇ ਵੀ ਇਹ ਟ੍ਰੇਨਿੰਗ ਵਾਸਤੇ ਆ ਰਹੇ ਨਵੇਂ ਬੰਦੇ, ਲੇਕਿਨ ਕੀ ਕੀਤਾ ਜਾ ਰਿਹਾ, ਉਹਨਾਂ ਨੂੰ ਜੁਆਇਨਿੰਗ ਕਰਾਈ ਜਾ ਰਹੀ ਹੈ। ਉਹਦਾ ਨਾਮ ਕੀ ਦੇਤਾ? ਪੈਡਾਗੋਜੀਕਲ ਟ੍ਰੇਨਿੰਗ।
ਜੀ, ਜੀ। ਕਿਸੇ ਕਾਲਜ ਦੇ ਵਿੱਚ ਜੀ ਇਹ 25 ਦੀ ਗਿਣਤੀ ਹੈ, ਕਿਸੇ ਦੀ ਜਗ੍ਹਾ ਤੇ 10 ਦੀ ਹੈ, ਕਿਸੇ ਦੀ ਜਗ੍ਹਾ ਤੇ 4 ਹੈ, 5, ਮਤਲਬ ਇਲੀਗਲ ਪ੍ਰੋਸੈਸ ਕੰਟੀਨਿਊਏਸ਼ਨ ਇਹ ਚਲਾਈ ਹੋਈ ਹੈ 18 ਅਕਤੂਬਰ ਤੋਂ ਹੁਣ ਤੱਕ। ਨਾ ਹੀ ਕੋਡ ਇਹ ਇਸ ਚੀਜ਼ ਨੂੰ ਲੈ ਕੋਡ ਕੇ ਆਫ ਡਰ ਰਹੇ। ਜੀ, ਕੋਡ ਆਫ ਕੰਡਕਟ ਦੇ ਲੱਗਣ ਦੀ ਬਾਵਜੂਦ ਬਿਲਕੁਲ, ਇਹ ਕੋਡ ਆਫ ਕੰਡਕਟ ਨੂੰ ਤਾਂ ਕੁਝ ਸਮਝ ਹੀ ਨਹੀਂ ਰਹੇ ਵੀ ਕੋਡ ਆਫ ਕੰਡਕਟ ਲੱਗਿਆ ਹੈ ਜਾਂ ਨਹੀਂ ਲੱਗਿਆ। ਪਰ ਨਾ ਕ੍ਰਿਸ਼ਨ ਕੁਮਾਰ ਨੂੰ ਇਹ ਚਾਹੀਦਾ ਵੀ ਭਰਤੀਆਂ ਹੋਣੀ ਚਾਹੀਦੀਆਂ ਕਾਲਜਾਂ ਦੇ ਵਿੱਚ, ਜਿਵੇਂ ਮਰਜ਼ੀ ਕਰਕੇ ਸਿਰੇ ਚੜਾਣੀਆਂ ਬਸ। ਤੇ ਤੁਸੀਂ ਕੀ ਇਨਸਿਕਿਉਰ ਫੀਲ ਕਰ ਰਹੇ ਹੋ ਇਹਦੇ ਚੱਲਦੇ? ਮੈਮ ਆਪਣੀ ਜਿਹੜੀ ਇਸ ਚੀਜ਼ ਦੇ ਨਾਲ ਇੱਕਦਮ ਪੈਨਿਕੀ ਸਿਚੁਏਸ਼ਨ ਹੋ ਜਾਂਦੀ, ਕਿਉਂਕਿ ਕਿਸੇ ਕਿਸੇ ਜਗ੍ਹਾ ਤੇ ਤਾਂ ਕੋਈ ਵੀ ਪੋਸਟ ਨਹੀਂ ਹੈ, ਸਟਿਲ ਇਹ ਜੁਆਇਨ ਕਰਾਈ ਜਾਂਦੇ ਪਏ ਹੈ, ਜਦੋਂ ਕਿ ਇਹਨਾਂ ਨੂੰ ਪਤਾ ਹੈ ਕਿ ਐਦਾਂ ਨਹੀਂ ਕਰ ਸਕਦੇ। ਕੋਡ ਆਫ ਕੰਡਕਟ ਦੇ ਵਿੱਚ ਇਹ ਹਰਕਤਾਂ ਅਗਰ ਕਰਨਗੇ ਫਸਣਗੇ, ਬਟ ਇਹ ਨਹੀਂ ਹਟਦੇ ਪਏ। ਇਹ ਫਿਰ ਤੁਸੀਂ ਦੁਬਾਰਾ ਹਾਈ ਕੋਰਟ ਦੇ ਨੋਟਿਸ ਦੇ ਵਿੱਚ ਲੈ ਕੇ ਆਂਦਾ ਹੈ ਸਾਰਾ ਮਾਮਲਾ? ਬਿਲਕੁਲ, ਅਸੀਂ ਇਹ ਹਾਈ ਕੋਰਟ ਦੇ ਸਾਰੇ ਨੋਟਿਸ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਆਏ ਹਾਂ। ਐਡਵੋਕੇਟ ਸਾਹਿਬ ਨਾਲ ਵੀ ਗੱਲ ਹੋਈ ਹੈ, ਉਹ ਵੀ ਇਸ ਚੀਜ਼ ਤੋਂ ਬਿਲਕੁਲ ਹੈਰਾਨ ਹੋਏ ਆ ਕਿ ਕੋਡ ਆਫ ਕੰਡਕਟ ਦੇ ਵਿੱਚ ਵੀ ਇਹ ਬੰਦਾ ਟਿਕ ਨਹੀਂ ਰਿਹਾ ਹੈਗਾ, ਮਿੰਟ ਤੋਂ ਮਿੰਟ ਫੇਰ ਉਸਰੇ। ਹਾਲੇ ਪਰਸੋਂ ਚੌਥ ਦੀ ਜਿਹੜੀ 3 ਕੇ 4 ਤਰੀਕ ਦੀ ਹੀਅਰਿੰਗ ਦੇ ਵਿੱਚ ਚੀਫ ਸੈਕਟਰੀ ਨੂੰ ਵੀ ਸੰਮਨ ਚਲੇ ਗਏ ਹੈ। ਜਿਹੜੇ ਕਾਲਜ ਦੇ ਵਿੱਚ ਤੁਸੀਂ ਆਪਣੀ ਸਰਵਿਸ ਦੇ ਰਹੇ ਹੋ, ਉੱਥੇ ਕੁਝ ਇਦਾਂ ਦਾ ਵਾਪਰਿਆ, ਕੁਝ ਹੋਇਆ? ਫਿਲਹਾਲ ਇੱਥੇ ਕੋਈ ਆਇਆ ਨਹੀਂ, ਬਟ ਹੁਣੇ ਹੁਣੇ ਸਾਡੇ ਇੱਥੇ ਕੋਈ ਇੱਕ ਮਤਲਬ ਗੱਡੀ ਰੁਕੀ ਹੈ, ਤਾਂ ਉਸ ਤੋਂ ਇਹੀ ਲੱਗ ਰਿਹਾ ਕਿ ਜਿਵੇਂ ਕਿ ਕੋਈ ਵੀ ਇਹ ਟ੍ਰੇਨੀ ਕੋਈ ਨया ਆਇਆ ਹੈਗਾ, ਕਿਉਂਕਿ ਸਾਡੇ ਕਾਲਜ 'ਚ ਵੀ ਹੋਮ ਸਾਇੰਸ ਦੀ ਪੋਸਟ ਖਾਲੀ ਸੀਗੀ। ਹੁਣ ਕੀ ਪਤਾ ਕੌਣ ਹੈ ਜੀ ਉਹ। ਜੀ, ਨਹੀਂ ਤੁਸੀਂ ਫਿਰ ਕਿਸ ਬਿਹਾਫ ਤੇ ਆਪਾਂ ਇਹ ਜਿਹੜਾ ਗੱਲ ਕਰ ਰਹੇ ਹਾਂ ਕਿ ਜਿਹੜਾ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈਗੀ ਪ੍ਰਕਿਰਿਆ, ਕੋਈ ਤਾਂ ਆਪਣੇ ਕੋਲ ਪ੍ਰੂਫ ਹੋਣਾ? ਮੈਮ ਬਿਲਕੁਲ ਪ੍ਰੂਫ ਹੈਗੇ, ਸਾਰੇ ਕਿਤੇ ਹੀ ਪ੍ਰੂਫ ਹੈ। ਦੇਖੋ, ਕੱਲ ਇਹਨਾਂ ਨੇ 44 ਜਣੇ ਮੋਹਾਲੀ ਟ੍ਰੇਨੀਜ਼ ਨੂੰ ਬਿਠਾਇਆ ਹੋਇਆ ਸੀਗਾ ਗਵਰਨਮੈਂਟ ਕਾਲਜ ਮੋਹਾਲੀ 'ਚ, ਠੀਕ ਹੈ। ਅੱਜ ਖੁਦ ADPI ਉੱਥੇ ਹੁਸ਼ਿਆਰਪੁਰ ਕਾਲਜ ਦੇ ਵਿੱਚ ਜਾ ਕੇ, ਠੀਕ ਹੈ, ਉਹਨਾਂ ਨੂੰ ਇਨਸਟਰਕਸ਼ਨਸ ਦੇਣੀਆਂ ਸਟਾਰਟ ਕਰਤੀਆਂ, ਠੀਕ ਹੈ। ਕੱਲ ਕੀ ਹੋਇਆ ਸੀ, ਜਿਵੇਂ ਹੀ ਇਹ ਹਰਕਤ ਹੋਈ, ਇਹਨਾਂ ਨੇ ਮਤਲਬ ਜਿਵੇਂ ਹੀ ਇਹ ਗੱਲ ਹੋਈ ਉੱਠੀ ਕਿ ਟ੍ਰੇਨੀ ਸਾਰੇ ਕਾਲਜਿਸ ਦੇ ਵਿੱਚ ਆਣਗੇ, ਉਦੋਂ ਹੀ ਨਾ ਮਤਲਬ ਵਿਜੀਲੈਂਸ ਦੇ ਥਰੂ, SDM ਆਫਿਸ ਦੇ ਥਰੂ ਪ੍ਰਿੰਸੀਪਲਸ ਨੂੰ ਚਿੱਠੀਆਂ ਪੱਤਰ ਆਣੇ ਸ਼ੁਰੂ ਹੋ ਗਏ ਵੀ ਤੁਸੀਂ ਗਲਤ ਚੀਜ਼ ਕਰ ਰਹੇ ਹੋ। ਤਾਂ ਫਿਰ ਪ੍ਰਿੰਸੀਪਲਸ ਨੇ ਜਦੋਂ ਉੱਪਰ ਕਾਲ ਕੀਤੀ ਵੀ ਅਸੀਂ ਇਹਨਾਂ ਨੂੰ ਟ੍ਰੇਨਿੰਗ ਦਾ, ਨਾ ਇਹਨਾਂ ਲੋਕਾਂ ਕੋਲ ਕੋਈ ਡਾਕੂਮੈਂਟ ਹੈ, ਇੱਕ ਵਰਬਲ ਨੋਟਿਸ ਦੇ ਉੱਤੇ ਇਹਨਾਂ ਦੀ ਟ੍ਰੇਨਿੰਗ ਚੱਲ ਰਹੀ ਹੈ ਮੈਮ। ਹਾਂ, ਪਰ ਮੈਂ ਉਹੀ ਪੁੱਛਣ ਲੱਗੀ ਸੀ, ਮੇਰਾ ਸਵਾਲ ਅਗਲਾ ਇਹੀ ਸੀਗਾ, ਇੱਥੇ ਮੈਂ ਟੋਕਣਾ ਚਾਹੁੰਦੀ ਸੀ ਕਿ ਜਿਹੜੀ ਉਹਨਾਂ ਨੂੰ ਕੋਈ ਲੈਟਰ ਆਈ ਹੈ ਕਿ ਵਰਬਲੀ ਉਹਨਾਂ ਨੂੰ ਮੈਸੇਜ ਆਏ ਨੇ? ਮੈਮ ਕਿਉਂਕਿ ਕੋਈ ਰਿਟਰਨ ਮੈਸ ਕੋਈ, ਦੇਖੋ ਮੈਮ ਇਹ ਚੀਜ਼ ਕੀ ਹੋ ਰਹੀ ਹੈ, ਆਪਣੇ ਆਪ ਨੂੰ ਸੇਫ ਰੱਖ ਕੇ ਉਹਨਾਂ ਨੂੰ ਕਹਿਤਾ ਵੀ ਤੁਸੀਂ ਕੋਈ ਡਾਕੂਮੈਂਟ ਨਾ ਲੈ ਕੇ ਜਾਓ, ਕੋਈ ਕੁਝ ਨਹੀਂ, ਬਸ ਉਹਨਾਂ ਨੂੰ ਕਹੋ ਸਾਨੂੰ DPI ਤੋਂ ਇੱਕ ਫੋਨ ਆਇਆ, ਠੀਕ ਹੈ, ਉਹ DPI ਦਾ ਫੋਨ ਰਿਸੀਵ ਤੁਸੀਂ ਕਰ ਚੁੱਕੇ ਹੋ, ਤਾਂ ਜਿਹੜਾ ਵੀ ਤੁਹਾਡੇ ਨੀਅਰ ਬਾਏ ਕਾਲਜ ਹੈ ਉੱਥੇ ਜਾ ਕੇ ਤੁਸੀਂ ਆਪਣੀ ਟ੍ਰੇਨਿੰਗ ਜੁਆਇਨ ਕਰ ਲਓ। ਕੋਡ ਆਫ ਕੰਡਕਟ ਦੇ ਵਿੱਚ ਨਾ ਤਾਂ ਕੋਈ ਰਿਕਰੂਟਮੈਂਟ ਹੋ ਸਕਦੀ, ਨਾ ਕੋਈ ਜੁਆਇਨਿੰਗ ਹੋ ਸਕਦੀ, ਨਾ ਹੀ ਕੋਈ ਟ੍ਰੇਨਿੰਗ ਹੋ ਸਕਦੀ ਹੈ। ਬਿਲਕੁਲ, ਜਦੋਂ ਕੋਰਟ ਨੇ ਉਹਨੂੰ ਸੀਲ ਕੀਤਾ ਹੋਇਆ ਰਿਕਰੂਟਮੈਂਟ ਨੂੰ, ਤਾਂ ਫਿਰ ਹੋ ਹੀ ਨਹੀਂ ਸਕਦੀ। ਬਿਲਕੁਲ ਹੀ ਨਹੀਂ ਹੋ ਸਕਦੀ ਮੈਮ। ਤੁਸੀਂ ਇਹ ਦੇਖੋ, ਕ੍ਰਿਸ਼ਨ ਕੁਮਾਰ ਨੂੰ ਕੋਈ ਡਰ ਨਹੀਂ ਹੈ ਇਹਨਾਂ ਚੀਜ਼ਾਂ ਦਾ, ਬਿਲਕੁਲ ਤੁਸੀਂ ਵੀ ਕੋਈ ਡਰ ਨਹੀਂ ਹੈ। ਤੁਸੀਂ ਇਹ ਸਾਰੇ ਸਿਨੈਰੀਓ ਨੂੰ ਕਿਵੇਂ ਦੇਖਦੇ ਹੋ? ਇਹਦੇ ਪਿੱਛੇ ਕੀ ਹੈ, ਕਿਹੜੀਆਂ ਤਾਕਤਾਂ ਨੇ, ਕਿਉਂ ਇਸ ਤਰ੍ਹਾਂ? ਜੇ ਜੇ ਮੈਮ ਦੇਖੋ ਮੈਂ ਤੁਸੀਂ ਤਾਂ ਇਸ ਚੀਜ਼ ਹਾਈ ਨੂੰ ਇਹੀ ਅਥਾਰਟੀ, ਦੇਖੂੰ, ਮੈਂ ਤਾਂ ਇਸ ਚੀਜ਼ ਨੂੰ ਇਹ ਦੇਖ ਰਹੀ ਹਾਂ ਕਿ ਇਹ ਨਾ ਕਿਤੇ ਕਾਂਗਰਸ ਦੀ ਵੋਟਸ ਨੂੰ ਮਤਲਬ ਕਿ ਫਿਕਸ ਕੀਤਾ ਜਾ ਰਿਹਾ ਇਸ ਪ੍ਰੋਸੈਸ ਤੋਂ। ਜੀ, ਨਹੀਂ, ਚਲੋ ਉਹ ਤਾਂ ਇੱਕ ਆਪਾਂ ਕਿਉਂਕਿ ਬਿਨਾਂ ਔਰ ਪ੍ਰੂਫ ਕੋਈ ਦੂਸਰਾ ਕਰ ਨਹੀਂ। ਦੂਸਰਾ ਆਪਣੇ ਆਪ ਨੂੰ ਇੱਕ ਹਿਟਲਰ ਸ਼ੋ ਕਰਕੇ, ਡਿਕਟੇਟਰ ਸ਼ੋ ਕਰਕੇ ਕਿ ਦੇਖਿਆ ਮੈਂ ਭਰਤੀਆਂ ਮਤਲਬ ਸਿਰੇ ਚੜਾਤੀਆਂ। ਇਹ ਨਹੀਂ ਪਤਾ, ਚਾਹੇ ਉਹ ਕੱਲ ਨੂੰ ਕੁਐਸ਼ ਹੀ ਹੋ ਜਾਣ ਕੋਰਟ ਦੇ ਵਿੱਚ, ਜਾਣ ਕੇ ਗਲਤੀਆਂ ਕਰ ਰਹੇ ਆ ਕਿਉਂਕਿ ਹੁਣ ਇਹ ਲੋਕ। ਜਿਹੜੀ ਦੁਬਾਰਾ ਜਿਹੜਾ ਨੋਟਿਸ ਕੋਰਟ ਵੱਲੋਂ ਉਹਨਾਂ ਨੂੰ ਗਿਆ ਉਲੰਘਣਾ ਦਾ, ਉਹਦੀ ਕਾਪੀ ਕੋਈ ਤੁਹਾਡੇ ਕੋਲ ਹੈ? ਹਾਂ ਮੈਮ, ਮੇਰੇ ਕੋਲ ਉਹ ਵੀ ਹੈਗੀ ਆ। ਉਹਦੇ ਵਿੱਚ ਵੀ ਕਲੀਅਰਲੀ ਸੰਮਨ ਜਿਹੜੇ ਹੈਗੇ, ਸੰਮਨ 'ਚ ਵੀ ਚੀਫ ਸੈਕਟਰੀ ਦਾ ਬਾਏ ਨੇਮ ਹੋਇਆ ਇਹ ਸਾਰਾ ਕੁਝ। ਕੋਈ ਐਦਾਂ ਨਹੀਂ ਹੈ ਕਿ ਹਾਂ ਕਿ ਹਵਾ ਦੇ ਵਿੱਚ ਹੀ ਗੱਲਾਂ ਉੜੀਆਂ, ਪ੍ਰੋਪਰ ਬਾਏ ਨੇਮ ਉਹਨਾਂ ਨੂੰ ਇਹ ਸੰਮਨ ਗਏ ਹੈ ਵੀ ਸੀਲ ਪ੍ਰੋਸੈਸ ਦੇ ਵਿੱਚ। ਕਿਉਂਕਿ ਮੈਮ ਜਦੋਂ 23 ਤਰੀਕ ਨੂੰ ਇਹ ਸੀਲ ਹੋਇਆ ਸੀ ਨਾ, 22 ਤਰੀਕ ਨੂੰ ਮੋਹਾਲੀ ਵੀ ਅਸੀਂ ਐਕਸ਼ਨ ਕੀਤਾ ਸੀਗਾ। ਜੀ, ਸਾਡੇ ਜੀ। ਐਕਸ਼ਨ ਤੋਂ ਬਾਅਦ ਹੀ ਇਹ ਸੀਲ ਹੋਇਆ, ਮਤਲਬ ਠੀਕ ਹੈ। ਹਾਈ, ਤੁਹਾਡੀ ਗਲਤ ਲੱਗਦੀ ਹਾਈ ਅਥਾਰਟੀ ਜਿਹੜੀ ਹੈਗੀ ਆ, ਮਤਲਬ ਹਾਈ ਅਥਾਰਟੀ ਜਿਹੜੀ ਹੈਗੀ ਆ, ਸਵਾਲਾਂ ਦੇ ਘੇਰੇ ਦੇ ਵਿੱਚ ਆ ਚੁੱਕੀ ਹੈ। ਮੈਮ ਉਹ ਸ਼ੁਰੂ ਤੋਂ ਹੀ ਆਈ ਹੋਈ ਹੈ, ਸ਼ੁਰੂ ਤੋਂ ਹੀ ਹਾਈ, ਆਈ ਹੋਈ ਹੈ ਜੀ। ਹੂੰ। ਉਹ ਅਲੱਗ ਗੱਲ ਹੈ ਕਿ ਉਹ ਉਸ ਚੀਜ਼ ਨੂੰ ਸਮਝ ਨਹੀਂ ਰਹੇ, ਬਸ ਕੰਟੀਨਿਊਸ਼ਨ ਆਪਣੇ ਆਪ ਨੂੰ ਇਹ ਦਿਖਾ ਦੇਣਾ ਕਿ ਮੈਂ ਇੱਕ ਬੜਾ ਇਮਾਨਦਾਰ ਹੈਗਾ ਅਫਸਰ, ਔਰ ਆ ਦੇਖੋ ਮੈਂ ਭਰਤੀ ਕਿਰਿਆ ਜਿਹੜੀ ਹੈਗੀ ਹੈ ਇਹਨੂੰ ਮੈਂ ਸਿਰੇ ਚੜਾਤਾ।
ਮੈਮ ਜਦੋਂ ਕਿ ਇੱਕ ਪ੍ਰੋਫੈਸਰਸ਼ਿਪ ਦੇ ਵਿੱਚ UGC ਨੋਰਮਸ ਦੀ ਅਗਰ ਅਸੀਂ ਗੱਲ ਕਰੀਏ ਤਾਂ ਉਹਦੇ ਵਿੱਚ ਕੱਲਾ ਟੈਸਟ UGC ਨੈਟ ਦੇ ਨਾਲ ਨਾਲ ਨਾ PhD ਪਲੱਸ ਆਰਟੀਕਲਸ ਦੀ ਵੀ ਵੈਲਿਊਏਬਲ ਉਨੀ ਹੀ ਹੈਗੀ ਹੈ। ਠੀਕ ਹੈ, ਅਸੀਂ ਵਰਕਿੰਗ ਗੈਸਟ ਫੈਕਲਟੀ ਐਜ਼ ਅ ਵਰਕਰ ਇੱਥੇ ਸੀਗੇ, ਸਾਡੇ ਤੇ ਇਹਨਾਂ ਨੇ 5 ਨੰਬਰ ਵੀ ਵਿਡਰਾਨ ਕਰਤੇ। ਤੁਸੀਂ ਜਿਹੜੀਆਂ ਆਪਣੇ UGC ਦੀਆਂ ਜਦੋਂ ਤੁਹਾਡੀ ਭਰਤੀ ਹੋਈ ਹੈ, UGC ਦੀਆਂ ਜਿੰਨੀਆਂ ਟਰਮਸ ਐਂਡ ਕੰਡੀਸ਼ਨਸ ਨੇ ਉਹ ਸਾਰੀਆਂ ਤੁਸੀਂ ਕੀਤੀਆਂ ਸੀ? ਮੈਮ ਬਿਲਕੁਲ, ਮੈਂ ਅਗਰ ਉਦੋਂ ਨਹੀਂ ਸੀ, ਬਾਅਦ ਦੇ ਵਿੱਚ ਮੈਂ ਆਪਣੇ ਆਪ ਨੂੰ ਅਪਡੇਟ ਕੀਤਾ, ਮੇਰੇ ਕੋਲ UGC ਨੈਟ ਵੀ ਹੈ, PhD ਵੀ ਹੈ। ਕਿੰਨੇ ਸਮੇਂ ਦੀ ਸਰਵਿਸ, ਕਿੰਨੇ ਦੇਰ ਤੋਂ ਤੁਸੀਂ ਇੱਥੇ ਮੈਮ ਸਰਵਿਸ ਦੇਖੋ ਮੈਂ ਇਸ ਕਾਲਜ ਦੇ ਵਿੱਚ ਪਿਛਲੇ 10 ਸਾਲਾਂ ਤੋਂ ਹਾਂ। ਬੜਾ ਤਜਰਬਾ ਕਾਫੀ ਹੈ। ਤੇ ਇਹਦੇ ਵਿੱਚ ਜਿਹੜਾ ਹੁਣ ਜਿਹੜੀ ਪ੍ਰਕਿਰਿਆ ਚੱਲੀ ਹੈ, ਇਹਦੇ ਵਿੱਚ ਉਹ ਕਹਿੰਦੇ ਵੀ ਕੋਈ ਮੈਟਰ ਹੀ ਨਹੀਂ ਕੀਤਾ ਹੈਗਾ ਤਜਰਬਾ। ਨਾ ਮੈਮ, ਤਜਰਬਾ ਤਾਂ 5 ਨੰਬਰ ਜਿਹੜੇ ਦਿੱਤੇ ਵੀ ਸੀਗੇ ਸਾਨੂੰ, ਦੇਖੋ ਉੱਥੇ ਆਪਸ਼ਨ ਸੀਗੀ ਪੋਰਟਲ ਤੇ ਕਿ ਗਵਰਨਮੈਂਟ ਕਾਲਜ ਗੈਸਟ ਫੈਕਲਟੀ ਓਬਲਿਕ ਪਾਰਟ ਟਾਈਮ ਔਰ ਕੰਟਰੈਕਚੁਅਲ, ਉਹ ਗਵਰਨਮੈਂਟ ਕਾਲਜਸ ਵਾਸਤੇ ਹੀ ਸੀ। ਠੀਕ ਹੈ, ਲੇਕਿਨ ਸਾਡੇ ਤਾਂ ਇਹਨਾਂ ਨੇ 5 ਨੰਬਰ ਵੀ ਵਿਡਰਾਨ ਕਰਤੇ। ਜਦੋਂ ਕੋਰਟ ਦੇ ਵਿੱਚ ਇਹਨਾਂ ਕੋਲੋਂ ਹੋਇਆ ਤਾਂ ਇਹਨਾਂ ਨੇ ਆਊਟਸਾਈਡਰ ਵਾਲਿਆਂ ਨੂੰ 5 ਨੰਬਰ ਨਹੀਂ ਦਿੱਤੇ, ਸਾਡੇ ਹੀ ਨੰਬਰ ਇਹਨਾਂ ਨੇ 5 ਜਿਹੜੇ ਘਟਾਤੇ, ਉੱਥੇ ਕੱਟ ਹੀ ਕਰਤੇ, ਉਡਾ ਹੀ ਦਿੱਤਾ ਸਾਨੂੰ ਸਿਸਟਮ ਚੋਂ ਇੱਕ ਤਰੀਕੇ ਨਾਲ। ਜੀ ਜੀ ਜੀ। ਤੇ ਅੱਜ ਜਿਹੜੇ ਹੈਗਾ 11/2/2022 ਨੂੰ ਪੰਜਾਬ ਦੇ ਜਿਹੜੇ ਸਾਰੇ ਸਰਕਾਰੀ ਕਾਲਜਾਂ ਦੇ ਵਿੱਚ ਇਹ ਜਿਹੜੀ ਜੁਆਇਨਿੰਗ ਹੋ ਰਹੀ ਹੈ ਮੋਸਟਲੀ ਮੈਮ ਆਲਮੋਸਟ ਕੱਲ ਸਾਰੀ ਜਗ੍ਹਾ ਤੇ ਆਏ ਹੈਗੇ ਹੈ ਸਿਸਟਮੈਟਿਕਲੀ, ਔਰ SDM ਦੇ ਥਰੂ ਵੀ ਪ੍ਰਿੰਸੀਪਲਸ ਨੂੰ ਨੋਟਿਸਿਸ ਵੀ ਤੱਕ ਵੀ ਗਏ ਹੈ, ਪਰ ਨਹੀਂ ਫਿਰ ਵੀ ਨਹੀਂ। ਟੈਲੀਫੋਨਿਕ ਹੋਈ ਹੈ ਗੱਲ ਪ੍ਰਿੰਸੀਪਲ ਦੇ ਮੈਮ ਨਾਲ? ਇੱਕ ਨਾ WhatsApp ਜਿਹਾ ਮੈਸੇਜ ਰਿਸੀਵ ਕੀਤਾ ਹੈ ਪ੍ਰਿੰਸੀਪਲਸ ਨੇ, ਠੀਕ ਹੈ, ਉਸ ਮੈਸੇਜ ਦੇ ਥਰੂ ਬਸ ਇਹਨਾਂ ਨੇ ਉਹ ਚਲਾ ਲਿਆ ਕਿ ਟੈਲੀਫੋਨਿਕ ਕਨਵਰਸੇਸ਼ਨ ਹੀ ਕਰ ਲਓ ਤੁਸੀਂ ਉਹਨੂੰ, ਕਿ ਇੱਕ ਟੈਕਸਟ ਕਨਵਰਸੇਸ਼ਨ ਹੋਈ ਹੈ ਵੀ ਹਾਂਜੀ ਇਹਨਾਂ ਨੂੰ ਤੁਸੀਂ ਸਾਰਿਆਂ ਨੂੰ ਕਰ ਦਿਓ ਜੁਆਇਨ ਕਰ। ਔਰ ਜਦੋਂ ਫਿਰ ਇਹ ਕੁਐਸਚਨ ਇਹਨਾਂ ਕੋਲੋਂ ਕੀਤਾ ਵੀ ਗਿਆ ਵੀ ਤੁਸੀਂ ਇਹ ਜੁਆਇਨ ਕਰਾ ਰਹੇ ਹੋ, ਇਹ ਕੀ ਚੀਜ਼ ਹੈ, ਤਾਂ ਕਹਿੰਦੇ ਇਹ ਤਾਂ ਅਸੀਂ ਟ੍ਰੇਨਿੰਗ ਲਗਵਾ ਰਹੇ ਹਾਂ, ਔਰ ਉਹਨਾਂ ਨੂੰ ਬੈਕ ਡੇਟ 'ਚ ਸ਼ੋ ਕਰਨਗੇ ਹੁਣੇ। ਅੱਛਾ, ਬਕਾਇਦਾ ਉਹਦੇ ਵਿੱਚ ਜੁਆਇਨਿੰਗ ਸ਼ਬਦ ਲਿਖਿਆ ਹੋਇਆ ਹੈ? ਹਾਂ ਦੇਖੋ ਤੁਸੀਂ ਕਿ ਜੁਆਇਨਿੰਗ ਐਜ਼ ਅ ਟ੍ਰੇਨੀ ਜੀ। ਸੋ ਇਹਦੇ ਵਿੱਚ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਚਾਹੇ ਉਹ ਟ੍ਰੇਨੀ ਕਹਿ ਲਓ, ਜਿਹੜੇ ਹੁਣ ਸਾਰੇ ਨੇ ਉਹਦੇ ਆਪਣੇ ਪੈਡਾਗੋਜੀਕਲ ਟ੍ਰੇਨਿੰਗ ਦੇ ਤਹਿਤ ਜਿਹੜੇ ਭੇਜੇ ਜਾ ਰਹੇ ਨੇ ਕੈਂਡੀਡੇਟ, ਉਹ ਵੀ ਫਿਰ ਪਾਰਟੀ ਬਣਨਗੇ ਇਹਦੇ ਵਿੱਚ? ਮੈਮ ਓਬਵੀਅਸਲੀ ਉਹ ਬਣਨਗੇ ਹੀ ਬਣਨਗੇ, ਕਿਉਂਕਿ ਬਿਲਕੁਲ ਮੈਮ ਬਣਨਗੇ ਹੀ ਬਣਨਗੇ, ਕਿਉਂਕਿ ਉਹ ਸਿਸਟਮ ਦੇ ਵਿੱਚ ਉਹਨਾਂ ਨੂੰ ਲੈ ਆਏ ਨਾ, ਪਹਿਲਾਂ ਚੀਫ ਸੈਕਟਰੀ ਬਣ ਗਏ ਪਾਰਟੀ, ਉਹਨਾਂ ਨੂੰ ਸੰਮਨ ਚਲੇ ਗਏ। ਇਹ ਤਾਂ ਨਹੀਂ ਲੱਗ ਰਿਹਾ ਤੁਹਾਨੂੰ? ਮੈਮ ਇਹ ਜਾਣਬੁੱਝ ਕੇ ਹੀ ਲਾ ਲਓ, ਪਹਿਲਾਂ ਪ੍ਰੋਸੈਸ ਨੂੰ ਚਲਾਣਾ, ਫਿਰ ਹੁਣ ਉਹਨੂੰ ਇਹ ਸਿਸਟਮ ਦੇ ਨਾਲ ਕਿ ਗਲਤੀਆਂ ਕਰੀ ਚਲੋ, ਕੋਰਟ ਨੂੰ ਕੁਝ ਸਮਝੋ ਨਾ, ਆਪਣੀ ਡਿਕਟੇਟਰਸ਼ਿਪ ਲਗਾ ਲਓ, ਆਪਣੇ ਆਪ ਨੂੰ ਦਿਖਾ ਦਿਓ, ਫਿਰ ਆਪੇ ਕੋਰਟ ਕੋਈ ਨਾ ਕੋਈ ਐਸਾ ਡਿਸੀਜਨ ਦੇ ਦੂਗੀ ਕਿ ਜਿਸ ਤੋਂ ਕਿ ਮੈਂ ਜੋ ਚਾਹਨਾ ਉਹ ਹੋ ਜਾਊਗਾ। ਕੋਰਟ ਕਰਨ ਨੂੰ ਕੁਝ ਵੀ ਕਰ ਸਕਦੀ ਹੈ, ਲੇਕਿਨ ਕੋਰਟ ਵੀ ਜਸਟਿਸ ਤਾਂ ਕੋਰਟ ਨੇ ਹੀ ਕਰਨਾ ਹੈ ਨਾ, ਗਲਤ ਨੂੰ ਗਲਤ ਤਾਂ ਕੋਰਟ ਹੀ ਕਹੂਗੀ। ਬਿਲਕੁਲ, ਉਹ ਤਾਂ ਕਰ ਚੁੱਕੇ ਹੈ ਨਾ। ਬਿਲਕੁਲ ਬਿਲकुल ਜੀ ਜੀ। ਇਹ ਦਸੰਬਰ ਬਿਲਕੁਲ ਮੈਮ, ਤੁਸੀਂ ਦੇਖੋ ਕਿ ਕ੍ਰਿਮੀਨਲ ਕੇਸ ਤੱਕ ਵੀ ਇਸ ਪ੍ਰਤੀਕਿਰਿਆ ਦੇ ਵਿੱਚ ਲੱਗਿਆ ਹੋਇਆ ਹੈ ਕਿ ਕੋਰਟ ਨੂੰ ਵੀ ਕੁਝ ਨਹੀਂ ਸਮਝ ਰਹੇ ਹੈਗੇ ਕਿ ਲਗਾਤਾਰ ਕੁਝ ਨਾ ਕੁਝ ਗਲਤੀ ਤੇ ਗਲਤੀ ਕਰੀ ਜਾ ਰਹੇ ਵੀ, ਤਾਂ ਕਿ ਕਿਸੇ ਤਰੀਕੇ ਭਰਤੀਆਂ ਜਾਂ ਕੁਐਸ਼ ਹੋ ਜਾਣ, ਜਾਂ ਕਿਸੇ ਵੀ ਤਰੀਕੇ ਮਤਲਬ ਕਿ ਵੀ ਮੈਂ ਮੇਰੇ ਤੇ ਗੱਲ ਹੀ ਨਾ ਆਵੇ, ਕੋਰਟ ਜੋ ਡਿਸੀਜਨ ਐਂਡ 'ਚ ਐਵੇਂ ਦਾ ਕਰ ਦੇਵੇ ਕਿ ਮੇਰੇ ਤੇ ਗੱਲ ਹੀ ਨਾ ਆਵੇ। ਲੱਗ ਤਾਂ ਹੀ ਰਿਹਾ ਸਾਰੇ ਪ੍ਰੋਸੀਜਰ ਤੋਂ। ਤਾਂ ਔਰ ਹੁਣ ਜੀ ਤੁਸੀਂ ਇਹ ਦੇਖੋ ਮੈਮ ਕਿ ਨਾ ਜਦੋਂ ਮਤਲਬ ਸੈਕਟਰੀ ਸਾਹਿਬ ਰਾਉਂਡ ਤੇ ਵੀ ਜਾਂਦੇ ਆ ਨਾ, ਉੱਥੇ ਵੀ ਜਾ ਕੇ ਟਾਰਗੇਟ ਪ੍ਰਿੰਸੀਪਲਸ ਹੁੰਦੇ ਆ, ਗੈਸਟ ਫੈਕਲਟੀ ਹੁੰਦੀ ਹੈ, ਤੇ ਜਿਹੜੇ ਇਹ ਬੰਦੇ ਹੈਗੇ ਨਾ ਨਵੇਂ ਜੁਆਇਨੀਜ਼ ਜਿਹੜੇ ਵੀ ਇਹਨਾਂ ਨੂੰ ਕਈ ਜਗ੍ਹਾ ਤੇ ਤਾਂ ਮਤਲਬ ਸਪੈਸ਼ਲ ਇਹਨਾਂ ਦਾ ਰਜਿਸਟਰ ਮੰਗਾ ਕੇ ਚੈੱਕ ਕੀਤਾ ਜਾਂਦਾ ਵੀ ਇਹਨਾਂ ਦੀ ਅਟੈਂਡੈਂਸ ਲਵਾਈ ਗਈ ਸੀ, ਜਾਂ ਇਹਨਾਂ ਨੂੰ ਬੁਲਾ ਕੇ ਵੀ ਅਟੈਂਡੈਂਸ ਦਿੱਤੀ ਜਾ ਰਹੀ ਹੈ, ਗੈਸਟ ਫੈਕਲਟੀ ਦੇ ਨਾਮ ਤੇ ਪਰਚੇ ਨਿਕਲ ਰਹੇ ਆ, ਕੁਝ ਹੋ ਰਿਹਾ, ਲੇਕਿਨ ਇਹਨਾਂ ਨੂੰ ਨਹੀਂ, ਇਹਨਾਂ ਨੂੰ ਹਰ ਪੱਖੋਂ ਸੇਫ ਰੱਖਿਆ ਜਾ ਰਿਹਾ ਹੈ। ਓਕੇ, ਕਿਤੇ ਨਾ ਕਿਤੇ ਤੁਸੀਂ ਇਨਸਿਕਿਉਰ ਫੀਲ ਕਰ ਰਹੇ ਹੋ, ਮੈਨੂੰ ਇਹ ਮੈਂ ਲੱਗ ਰਿਹਾ। ਬਿਲਕੁਲ ਇਹ ਇਨਸਿਕਿਉਰਿਟੀ ਵਾਲੀ ਗੱਲ ਹੈਗੀ ਹੋਈ ਹੈ ਜੀ, ਕਿਉਂਕਿ ਇਹਨਾਂ ਲੋਕਾਂ ਦੇ ਪੈਰ ਜਮਾ ਦੇਣੇ ਆ, ਠੀਕ ਹੈ, ਜਿੱਥੇ ਪੋਸਟਾਂ ਹੀ ਨਹੀਂ ਹੈਗੀਆਂ ਉੱਥੇ ਗੈਸਟ ਫੈਕਲਟੀ ਦੀ ਥਾਂ ਤੇ ਹੀ ਆਊਗਾ ਨਾ ਕੋਈ ਨਾ ਕੋਈ। ਬਿਲਕੁਲ।
ਅੱਛਾ ਇਹ ਦੱਸੋ ਇੱਕ ਕਿ 1168 ਪੋਸਟ 58 ਜਿਹੜੀਆਂ ਪੋਸਟਾਂ ਸੀਗੀਆਂ ਟੋਟਲ, ਹਾਂਜੀ ਤੇ ਜਿਨ੍ਹਾਂ ਦੇ ਵਿੱਚੋਂ ਮੇਰਾ ਖਿਆਲ ਹੈ ਕਿ 900 ਪੋਸਟਾਂ ਦੇ ਉੱਪਰ 600 ਪੋਸਟਾਂ ਸੀ। ਮੈਮ 931 80 ਸੀਗੇ ਨਾ, 931 ਪਰ ਜਿਹੜੇ ਗੈਸਟ ਹਾਂਜੀ ਤੇ ਫੈਕਲਟੀ। 200 ਕੁਛ ਪਾਰਟ ਟਾਈਮਰ ਨੇ, ਠੀਕ ਹੈ। ਇਹ ਸਾਡੀ ਹੀ ਥਾਂ ਤੇ ਇਹਨਾਂ ਨੂੰ ਲਿਆਣਾ ਚਾਹੁੰਦੇ ਸੀਗੇ। ਹਾਲਾਂਕਿ 600 ਪੋਸਟਾਂ ਵੈਕੈਂਟ ਪਈਆਂ ਨੇ। ਟੋਟਲ ਹਾਂਜੀ ਟੋਟਲ ਵੇਕੈਂਟ ਹੈ 600 ਪੋਸਟਾਂ। ਠੀਕ ਹੈ। ਤੋ ਹੁਣ ਤੁਸੀਂ ਡਿਮਾਂਡ ਕੀ ਕਰਦੇ ਹੋ ਕਿ ਫਰਦਰ ਹੁਣ ਹੋਣਾ ਕੀ ਚਾਹੀਦਾ? ਮੈਮ ਅਸੀਂ ਤਾਂ ਹੁਣ ਵੀ ਇਹੀ ਡਿਮਾਂਡ ਕਰਦੇ ਹਾਂ ਕਿ ਗੈਸਟ ਫੈਕਲਟੀ ਨੂੰ ਜਿਹੜੀ ਹੈ ਪ੍ਰਾਇੋਰਟੀ ਦਿੱਤੀ ਜਾਵੇ, ਪਲੱਸ ਠੀਕ ਹੈ ਕਿ ਜੋ ਵੀ ਉਹਨਾਂ ਦੀ ਬਣਦੀਆਂ ਤਨਖਾਹਾਂ ਹੈ ਪ੍ਰੋਪਰ ਉਹਨਾਂ ਨੂੰ ਉਹ ਦਿੱਤਾ ਜਾਵੇ ਜੋ ਉਹਨਾਂ ਦਾ ਬਣਦਾ ਹੱਕ ਹੈ। ਦੂਜੀ ਗੱਲ, ਇਹਨਾਂ ਨੂੰ ਵੇਕੈਂਟ ਪੋਸਟਾਂ ਤੇ ਜੁਆਇਨ ਕਰਾ ਲੈਣ, ਪਰ ਬਿਲਕੁਲ ਸਾਨੂੰ ਇਸ ਤਰੀਕੇ ਤੋਂ ਮੈਂਟਲ ਹਰਾਸਮੈਂਟ ਨਾ ਕਰਨ। ਬਿਲਕੁਲ। ਸੋ ਇਹਨਾਂ ਦਾ ਕਹਿਣਾ ਹੈ ਕਿ ਦੱਸੋ ਕਿ 600, ਜਦੋਂ ਸਭ ਨੂੰ ਪਤਾ ਬੜਾ ਈਜ਼ੀ ਜਿਹਾ ਕੁਐਸਚਨ ਹੈ ਕਿ ਜਦੋਂ 600 ਪੋਸਟਾਂ ਖਾਲੀ ਪਈਆਂ ਨੇ ਤਾਂ ਫਿਰ ਇਹਨਾਂ ਦੇ ਸਿਰ ਕਿਉਂ ਤਲਵਾਰ ਲਟਕਦੀ ਆ? ਇਹਨਾਂ ਦਾ ਦਰਦ ਵੀ ਵਾਜਬ ਹੈ, ਕਿਉਂਕਿ 10 ਸਾਲ ਕਿਸੇ ਨੂੰ 15 ਸਾਲ ਤੇ ਕਿਸੇ ਨੂੰ 20 ਸਾਲ ਤੇ ਕਿਸੇ ਨੂੰ 25 ਸਾਲ ਸੇਵਾਵਾਂ ਦਿੰਦਿਆਂ ਨੂੰ, ਸਰਵਿਸ ਕਰਦਿਆਂ ਨੂੰ ਕਾਲਜਸ ਦੇ ਵਿੱਚ ਹੋ ਗਿਆ ਹੈ, ਔਰ ਇੰਨਾ ਲੰਬਾ ਤਜਰਬਾ ਵੀ ਇਹਨਾਂ ਦਾ। ਬਾਕੀ ਇਹਨਾਂ ਦਾ ਕਹਿਣਾ ਇਹ ਵੀ ਹੈ ਕਿ ਇਹ UGC ਦੇ ਨਿਯਮਾਂ ਦੇ ਤਹਿਤ ਹੀ ਟੈਸਟ ਪਾਸ ਕਰਕੇ ਹੀ ਜਿਹੜਾ ਉੱਥੇ ਤਾਇਨਾਤ ਹੋਏ ਸੀ, ਦੇ ਬਾਵਜੂਦ ਵੀ। ਔਰ ਦੇਖਣ ਵਾਲੀ ਗੱਲ ਇਹ ਹੈ, ਹੈਰਾਨੀ ਵਾਲੀ ਗੱਲ ਇਹ ਆ, ਪਰੇਸ਼ਾਨੀ ਵਾਲੀ ਵੀ ਗੱਲ ਇਹ ਹੈ ਕਿ ਕੋਡ ਆਫ ਕੰਡਕਟ ਜਿਹੜਾ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਲੱਗ ਚੁੱਕਾ, ਤੇ ਜਿਹੜੀਆਂ ਸ਼ਰਤਾਂ ਹੁੰਦੀਆਂ ਨੇ ਕਿ ਕੋਈ ਸਰਕਾਰੀ ਅਦਾਰਾ ਜਿਹੜਾ ਹੁੰਦਾ ਭਰਤੀ ਨਹੀਂ ਕਰ ਸਕਦਾ, ਉਹ ਵੀ ਆਪਾਂ ਪਹਿਲਾਂ ਸ਼ੁਰੂ 'ਚ ਦੱਸ ਚੁੱਕੇ ਹਾਂ। ਉਸ ਤੋਂ ਵੀ ਅੱਗੇ ਗੱਲ ਕਿ ਹਾਈ ਕੋਰਟ ਦੇ ਵਿੱਚ ਸਟੇਟਸ ਕੋ ਹੋਇਆ ਸੀ, ਪ੍ਰੋਸੀਜਰ ਜਿਹੜਾ ਸੀ ਸੀਲਡ ਕਰ ਦਿੱਤਾ ਗਿਆ ਸੀ, ਔਰ ਜਿਹੜਾ ਫਿਰ ਦੁਬਾਰਾ ਇੱਕ ਪੈਡਾਗੋਜੀਕਲ ਟ੍ਰੇਨਿੰਗ ਕਹਿ ਦਿੱਤਾ ਗਿਆ, ਉਹਦੇ ਅਧੀਨ ਜਿਹੜਾ ਉਹਨਾਂ ਨੂੰ ਭੇਜਿਆ ਜਾ ਰਿਹਾ, ਜੁਆਇਨਿੰਗ ਕਰਵਾਈ ਜਾ ਰਹੀ ਅਸਿਸਟੈਂਟ ਪ੍ਰੋਫੈਸਰਾਂ ਨੂੰ, ਜਿਨ੍ਹਾਂ ਤੇ ਰੋਕ ਲੱਗੀ ਸੀ। ਕਿਤੇ ਨਾ ਕਿਤੇ ਇਸ ਸਾਰੇ ਕੁਝ ਤੋਂ ਇਹ ਲੱਗ ਰਿਹਾ ਕਿ ਉਹਨਾਂ ਨੂੰ ਵੀ ਥਰਡ ਪਾਰਟੀ ਬਣਾਇਆ ਜਾ ਰਿਹਾ ਹੈ। ਸੋ ਇਹ ਬਹੁਤ ਕੁਝ ਜਿਹੜਾ ਅਨਸੁਖਾਵਾਂ ਹੋ ਰਿਹਾ, ਗਲਤ ਹੋ ਰਿਹਾ। ਚੋਣ ਕਮਿਸ਼ਨ ਦੇ ਹਦਾਇਤਾਂ ਨੂੰ ਵੀ ਅੱਖੋਂ ਪਰੋਖੇ ਕੀਤਾ ਜਾ ਰਿਹਾ। ਉਸ ਤੋਂ ਵੱਡੀ ਗੱਲ ਇਹ ਹੈ ਦੁੱਖ ਦੀ ਕਿ ਹਾਈ ਕੋਰਟ ਦੇ ਹੁਕਮਾਂ ਨੂੰ ਵੀ ਕੁਝ ਨਹੀਂ ਮੰਨਿਆ ਜਾ ਰਿਹਾ। ਇਹ ਕਹਿਣਾ ਇਹਨਾਂ ਗੈਸਟ ਫੈਕਲਟੀ ਅਸਿਸਟੈਂਟ ਪ੍ਰੋਫੈਸਰਾਂ ਦਾ। ਕੁਝ ਹੋਰ ਕਹਿਣਾ ਚਾਹੁੰਦੇ ਜੀ? ਬਿਲਕੁਲ ਮੈਮ, ਮੈਂ ਇੱਥੇ ਇੱਕ ਚੀਜ਼ ਹੋਰ ਵੀ ਕਹਿਣੀ ਚਾਹੂੰਗੀ। ਤੁਸੀਂ ਇਹ ਦੇਖੋ ਕਾਲਜਿਸ ਦੇ ਵਿੱਚ ਨਾ ਗ੍ਰਾਂਟ ਵੀ, ਮਤਲਬ ਇਨ ਬਿਟਵੀਨ ਕੋਡ ਆਫ ਕੰਡਕਟ ਗ੍ਰਾਂਟ ਵੀ ਆਈ ਹੈਗੀ ਹੈ 50-50 ਲੱਖ ਰੁਪਏ ਦੀ, ਠੀਕ ਹੈ। ਤੇ 2-2000 ਇੰਟਰਨੈਟ ਭੱਤਾ, ਇੰਟਰਨੈਟ ਅਲਾਊਂਸ ਸਟੂਡੈਂਟਸ ਵਾਸਤੇ, ਔਰ ਗੈਸਟ ਫੈਕਲਟੀ ਨੂੰ ਸੈਲਰੀ ਮਿਲ ਰਹੀ ਹੈ ਨਹੀਂ ਮਿਲ ਰਹੀ ਉਹਦੇ ਨਾਲ ਕੋਈ ਮਤਲਬ ਨਹੀਂ ਹੈਗਾ। ਜੀ ਤੁਹਾਡੀ ਜਿਹੜੀ ਇੱਕ ਮਹੀਨੇ ਦੀ ਤਨਖਾਹ ਰੁਕੀ ਹੋਈ ਸੀਗੀ, ਮੈਡਮ ਉਹ ਸਾਨੂੰ ਤੁਹਾਨੂੰ ਤੁਸੀਂ ਨਹੀਂ ਮਿਲੀ ਮੈਮ, ਸਾਨੂੰ ਕੁਝ ਨਹੀਂ ਦਿੱਤਾ ਗਿਆ। 2.5 ਮਹੀਨੇ ਦਾ ਇਹ ਵੀ ਕਿਹਾ ਗਿਆ ਸੀਗਾ ਨਾ ਉਦੋਂ ਕਿ ਹਾਂ ਵੀ ਤੁਹਾਨੂੰ ਮਿਲ ਜੂਗਾ, ਤੁਸੀਂ ਸੀਗੇ ਉਸ ਦਿਨ ਉੱਥੇ ਹੀ। ਬਿਲਕੁਲ ਹਾਂ, ਜਿਹੜਾ ਮੇਰੇ ਸਾਹਮਣੇ ਉਹਨਾਂ ਨੇ ਆਪਣਾ ਹਾਂ ਨਹੀਂ, ਸਿੱਖਿਆ ਮੰਤਰੀ ਜੀ ਸਾਨੂੰ ਨਹੀਂ ਦਿੱਤਾ ਗਿਆ। ਈਵਨ ਕਿ ਮੈਮ ਕਈ ਕਾਲਜਿਸ ਦੇ ਵਿੱਚ ਤਾਂ PTA ਵੀ ਨਹੀਂ ਹੈਗਾ। ਇਹਨਾਂ ਨੂੰ ਉਹਦੀ ਨਹੀਂ ਟੈਨਸ਼ਨ, ਪਰ ਇਹ ਕੀ ਕਰਦੇ ਪਏ ਹੈ ਵੀ ਸਟੂਡੈਂਟਸ ਨੂੰ 2-2000 ਰੁਪਏ ਦਾ ਇੰਟਰਨੈਟ ਅਲਾਊਂਸ ਦੇ ਦਿਓ, ਉਹ ਫਿਕਸੇਸ਼ਨ ਕਰਕੇ ਜਿੱਥੇ ਮਰਜੀ, ਮਤਲਬ ਕਿ ਟੀਚਰਸ ਨੂੰ ਮਿਲਦੇ ਪੈਸੇ ਨਹੀਂ ਮਿਲਦੇ ਉਹਦਾ ਕੋਈ ਮਤਲਬ ਨਹੀਂ, ਪਰ ਬੱਚਿਆਂ ਨੂੰ ਇੰਟਰਨੈਟ ਅਲਾਊਂਸ ਜ਼ਰੂਰ ਦਿਓ ਕਿ ਚਾਹੇ ਉਹ ਬੱਚੇ ਮਿਸਯੂਜ਼ ਕਰਨ, ਜੋ ਮਰਜ਼ੀ ਕਰਨ। ਜੀ ਅੱਛਾ, ਇਹ ਬੜੀ ਵੱਡੀ ਤੁਸੀਂ ਗੱਲ ਕਹਿ ਦਿੱਤੀ ਆ। ਇਹ ਵਿਦ ਪ੍ਰੂਫ ਹੈ, ਪ੍ਰੂਫ ਹੈ ਇਸ ਚੀਜ਼ ਦਾ ਕਿ ਮੈਮ 50-50 ਸਾਡੇ ਲੱਖ ਕੋਲ ਦਾ ਹਰ ਇੱਕ ਗ੍ਰਾਂਟ ਆਈ। ਚੀਜ਼ ਦਾ ਪ੍ਰੂਫ ਹੈ ਮੈਮ, ਹਰ ਇੱਕ ਚੀਜ਼ ਦਾ ਪ੍ਰੂਫ ਹੈ। ਗ੍ਰਾਂਟ, ਜਿਹੜੀ ਤੁਸੀਂ ਗ੍ਰਾਂਟ ਦੀ ਗੱਲ ਕਰ ਰਹੇ ਹੋ, ਕੋਡ ਆਫ ਕੰਡਕਟ ਦੇ ਵਿੱਚ ਇਹ ਕੁਝ ਹੋ ਨਹੀਂ ਸਕਦਾ। ਗ੍ਰਾਂਟ ਆਈ ਆ 2-2000 ਰੁਪਇਆ, ਸੌਰੀ 50-50 ਲੱਖ ਹਜ਼ਾਰ ਰੁਪਇਆ, ਔਰ ਪਲੱਸ 2-2000 ਰੁਪਇਆ ਜਿਹੜਾ ਉਹਨਾਂ ਨੂੰ ਜਿਹੜੇ ਟ੍ਰੇਨੀ ਆ ਰਹੇ ਉਹਨਾਂ ਵਾਸਤੇ, ਤਾਂ ਫਿਰ ਤਾਂ ਬਹੁਤ ਇਹ ਮੈਮ ਮੈਂ ਤੁਹਾਡੇ ਕੋਲ ਇਹ ਪ੍ਰੂਫ ਭੇਜ ਸਕਦੀ ਹਾਂ ਕਿ ਪੂਰਾ ਪ੍ਰੋਪਰ, ਮਤਲਬ ਇਹਦਾ ਸਾਡੇ ਕੋਲ ਪ੍ਰੂਫ ਹੈ, ਪੂਰਾ ਉਕਤਾ ਪ੍ਰੂਫ, ਜਿਹਨੂੰ ਤੁਸੀਂ ਕਹਿ ਦੋ ਵੀ ਵਾਕਈ ਇਹ ਚੀਜ਼ ਹੈ ਕਿ ਰੂਸਾ ਅਧੀਨ 50-50 ਲੱਖ ਰੁਪਏ ਦਾ ਇਹ ਚੀਜ਼ ਦਾ ਮੁੱਦਾ ਉੱਠਿਆ, ਇਹਨਾਂ ਨੇ ਕੀਤਾ ਹੈਗਾ, ਜਿਸ ਤੇ ਕਿ ਅਸੀਂ ਖੁਦ ਹੈਰਾਨ ਹੈ ਕਿ ਕੋਡ ਆਫ ਕੰਡਕਟ ਦੇ ਵਿੱਚ ਵੀ ਚੱਲ ਰਿਹਾ, ਲੇਕਿਨ ਗੈਸਟ ਫੈਕਲਟੀ ਚਾਹੇ ਭੁੱਖੀ ਮਰ ਜਾਵੇ, ਉਹਦੇ ਨਾਲ ਇਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ। ਸੋ ਦਰਸ਼ਕੋ, ਇਹਨਾਂ ਦਾ ਕਹਿਣਾ ਇਹ ਹੈ ਕਿ 50-50 ਲੱਖ ਰੁਪਇਆ ਗ੍ਰਾਂਟ ਵੀ ਆਈ ਹੈਗੀ ਕਾਲਜ ਦੇ ਵਿੱਚ। ਇਹ ਇੱਕ ਬੜਾ ਵੱਡਾ ਮੁੱਦਾ ਹੈਗਾ ਇਸ ਵੇਲੇ। ਔਰ
ਦੇਖਣ ਵਾਲੀ ਗੱਲ ਇਹ ਹੈ ਕਿ ਜਿਵੇਂ ਇਹ ਕਹਿ ਰਹੇ ਨੇ ਕਿ ਇਹਨਾਂ ਕੋਲੇ ਸਬੂਤ ਵੀ ਨੇ, ਪ੍ਰੂਫ ਵੀ ਨੇ। ਜਿਹੜਾ ਟੀਵੀ ਕਸ਼ਕਈਏ ਅਦਾਰਾ ਇਹ ਇਸ ਗੱਲ ਦਾ ਦਾਅਵਾ ਨਹੀਂ ਕਰਦਾ। ਇਹ ਤੁਹਾਡੇ ਸਾਹਮਣੇ ਹੀ ਹੈ ਕਿ ਇੱਕ ਪ੍ਰੋਫੈਸਰ, ਅਸਿਸਟੈਂਟ ਪ੍ਰੋਫੈਸਰ ਜਿਹੜੇ 10 ਸਾਲ ਤੋਂ ਇੱਕ ਕਾਲਜ ਦੇ ਵਿੱਚ ਸੇਵਾਵਾਂ ਦੇ ਰਹੇ ਨੇ, ਉਹਨਾਂ ਉਹ ਵਿਦ ਪ੍ਰੂਫ ਇਹ ਗੱਲ ਕਹਿ ਰਹੇ ਨੇ, ਤਾਂ ਫਿਰ ਕਿਤੇ ਨਾ ਕਿਤੇ ਸੋਚਣਾ ਬਣਦਾ ਹੈ ਕਿ ਜੇ ਇਹ ਕੁਝ ਹੋ ਰਿਹਾ ਤੇ ਕਿਉਂ ਹੋ ਰਿਹਾ, ਇਹਦੇ ਪਿੱਛੇ ਕਾਰਨ ਕੀ ਨੇ। ਤੇ ਸਵਾਲੀਆ ਨਿਸ਼ਾਨ ਖੜੇ ਹੁੰਦੇ ਨੇ ਸਿਸਟਮ ਤੇ, ਪ੍ਰਸ਼ਾਸਨ ਤੇ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਸ ਅਦਾਰੇ ਤੇ ਜਿਹੜਾ ਹਾਈ ਕੋਰਟ ਦੇ ਨਿਯਮਾਂ ਦੀ ਵੀ ਉਲੰਘਣਾ ਕਰ ਰਿਹਾ ਤੇ ਚੋਣ ਜ਼ਾਬਤੇ ਦੀ ਵੀ ਉਲੰਘਣਾ ਕਰ ਰਿਹਾ। ਸੋ ਡਾਕਟਰ ਜੋਤੀ ਜੀ, ਤੁਸੀਂ ਕੁਝ ਹੋਰ ਇਸ ਸੰਬੰਧ ਚ ਕਹਿਣਾ ਚਾਹੋਗੇ? ਨਹੀਂ ਮੈਮ, ਮੈਂ ਆਲਮੋਸਟ ਮਤਲਬ ਸਾਰੇ ਉਹ ਬਸ, ਹੋਰ ਇਸ ਤੋਂ ਜ਼ਿਆਦਾ ਨਹੀਂ ਮੈਮ। ਪਰ ਜਿਹੜੀ ਇਹ ਚੀਜ਼ਾਂ ਹੁੰਦੀਆਂ ਨੇ, ਇਹਦੇ ਨਾਲ ਬੜੀ ਮੈਂਟਲ ਹਰਾਸਮੈਂਟ ਹੋ ਜਾਂਦੀ ਹੈ। ਬਿਲਕੁਲ ਜੀ, ਬਿਲਕੁਲ। ਸੋ ਬਹੁਤ ਦਰਸ਼ਕੋ ਜ਼ਿਆਦਾ ਮੈਂਟਲ ਆਪਾਂ ਹਰਾਸਮੈਂਟ ਹੋ ਜਾਂਦੀ ਹੈ। ਔਰ ਜਿਸ ਦਿਨ ਦੇ ਕ੍ਰਿਸ਼ਨ ਕੁਮਾਰ ਜੀ ਸਾਨੂੰ ਸੈਕਟਰੀ ਮਿਲਿਆ, ਅਸੀਂ ਤਾਂ ਮੈਂਟਲ ਹਰਾਸਮੈਂਟ ਦੇ ਵਿੱਚ ਹੀ ਚੱਲ ਰਿਹਾ ਸਾਡਾ ਸਿਸਟਮ ਤਾਂ। ਜੀ, ਸੋ ਸਿਸਟਮ ਦੇ ਪਾਏ ਹੋਏ ਜਨਤਾ ਤੇ ਪੁਕਾਰ ਕਰ ਰਹੀ ਹੈ, ਪਰ ਸੁਣ ਕੋਈ ਨਹੀਂ ਰਿਹਾ। ਸੋ ਆਓ ਇਸ ਸਿਸਟਮ ਨੂੰ ਚੇਂਜ ਕਰਨ ਵਾਲੇ ਪਾਸੇ ਆਈਏ ਔਰ ਕੁਝ ਨਵਾਂ, ਕੁਝ ਚੰਗਾ ਕਰੀਏ। ਸਾਡੀ ਇਹੀ ਹੀ ਅਪੀਲ ਹੈ ਸੰਬੰਧਿਤ ਅਦਾਰੇ ਨੂੰ, ਕਿਉਂਕਿ ਗਲਤ ਹੋ ਰਿਹਾ। ਔਰ ਸਾਨੂੰ ਇੱਕੋ ਇੱਕ, ਲੋਕਾਂ ਨੂੰ ਜਿਹੜਾ ਇੱਕੋ ਇੱਕ ਆਸਰਾ ਹੁੰਦਾ ਨਿਆਂਪਾਲਿਕਾ ਦਾ, ਤੇ ਜੇ ਨਿਆਂਪਾਲਿਕਾ ਦੇ ਨਿਯਮਾਂ ਦੀ ਵੀ ਉਲੰਘਣਾ ਹੋ ਰਹੀ ਹੈ ਤੇ ਫਿਰ ਉੱਥੇ ਕਹਿਣਾ ਕੁਝ ਬਾਕੀ ਹੋਰ ਨਹੀਂ ਬਚਦਾ। ਤੋ ਡਾਕਟਰ ਜੋਤੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਦਰਸ਼ਕੋ, ਤੁਸੀਂ ਵੀ ਆਪਣੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਜੋ ਕੁਝ ਵੀ ਹੋ ਰਿਹਾ, ਵਾਪਰਿਆ, ਉਹ ਤੁਹਾਡੇ ਸਾਹਮਣੇ ਆ। ਇਸ ਤੋਂ ਪਹਿਲਾਂ ਆਪਾਂ ਵਰਸ਼ਨ ਲੀਗਲ opinion ਵੀ ਲਿਆ ਹੈ, ਜੋ ਸਾਰੇ ਕੇਸ ਨੂੰ ਹੈਂਡਲ ਕਰ ਰਹੇ ਨੇ ਸਚਦੇਵਾ ਜੀ, ਤੇ ਗੈਸਟ ਫੈਕਲਟੀ ਪ੍ਰੋਫੈਸਰ ਡਾਕਟਰ ਜੋਤੀ ਜੀ ਨੇ ਵੀ ਤੁਹਾਡੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ ਆ। ਹੁਣ ਵਿਚਾਰਨਾ ਹੋਏਗਾ। ਅਸੀਂ ਅਪੀਲ ਕਰਦੇ ਹਾਂ ਸਮੁੱਚੇ ਸਿਸਟਮ ਨੂੰ ਕਿ ਕਿਰਪਾ ਕਰਕੇ ਅਜਿਹਾ ਨਾ ਕੀਤਾ ਜਾਵੇ ਕਿ ਜਿਹਦੇ ਨਾਲ ਸ਼ਰਮਸ਼ਾਰ ਹੋਣਾ ਪਵੇ ਸਾਰੇ ਸਿਸਟਮ। ਸੋ ਬਹੁਤ ਬਹੁਤ ਸ਼ੁਕਰੀਆ ਜੋਤੀ ਜੀ ਤੁਹਾਡਾ, ਤੇ ਬਹੁਤ ਬਹੁਤ ਸ਼ੁਕਰੀਆ ਦਰਸ਼ਕੋ ਤੁਹਾਡਾ। ਧੰਨਵਾਦ। ਹਾਂਜੀ, ਥੈਂਕ ਯੂ ਜੀ, ਸ਼ੁਕਰੀਆ ਜੀ, ਥੈਂਕ ਯੂ ਜੀ।